एंकर लवा दिओ। सत श्री अकाल पंजाब देख रहे दर्शकों का स्वागत है। मैं हाँ जगदीश संधू। बुलेटिन की शुरुआत के विच नज़र पाउने हैडलाइनस ते। चोणां 'च होई हिंसा ते विवाद नूं लैके हाई कोर्ट पहुंचा श्रोमणी अकाली दल। मामले ते सरकार नूं भेजे गए समन। यूथ अकाली दल के प्रधान ने दित्ती जानकारी। नगर निगम चोणां लई अज उम्मीदवार नामजदगियां लै सकदे ने वापस। बीते दिन होईयां नामजदगियां दी पड़ताल। 14 फरवरी नूं होणगियां नगर निगम दीयां चोणां। नामजदगियां भरन दौरान कई थाई धक्केशाही दीयां खबरां आईयां सामने। कांग्रेस ते लगे गुंडागर्दी दे इल्जाम। जलालाबाद सुखबीर सिंह बादल ते होया सी हमला। भीखीविंड च भी कीती गई सी भन्न तोड़। अमृतसर च NIA ने 14 घंटे की पुछगिछ तो बाद गिरफ्तार किया नौजवान अमरजीत। 500 किलो हैरोइन मामले दे विच मुख दोषी का करीबी है नौजवान। बीते दिन घर तो 20 लाख रुपए समेत जिंदा कारतूस होए सी बरामद। पहाड़ों च बर्फबारी के चलदियां मैदानी इलाकों च वधी ठंड। शिमला दे रिज ते माल रोड ते बर्फबारी का मजा लै रहे ने सैलानी। मौसम विभाग ने जारी किया सी येलो अलर्ट। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਨਗਰ ਨਿਗਮ ਚੋਣਾਂ ਦੀ। ਪੰਜਾਬ ਦੀਆਂ 8 ਨਗਰ ਨਿਗਮਾਂ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਆਮ ਜ਼ਿਮਨੀ ਚੋਣਾਂ 14 ਫਰਵਰੀ ਨੂੰ ਕਰਵਾਈਆਂ ਜਾ ਰਹੀਆਂ ਨੇ, ਜਿਸ ਦੇ ਲਈ 3 ਫਰਵਰੀ ਨੂੰ ਨਾਮਜ਼ਦਗੀਆਂ ਦੇ ਆਖਰੀ ਦਿਨ 15,305 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ। ਅੱਜ ਉਮੀਦਵਾਰਾਂ ਵੱਲੋਂ ਨਾਮ ਵਾਪਸ ਲੈਣ ਦੀ ਆਖਰੀ ਤਾਰੀਖ ਹੈ। सो अज नाम वापस ले जाने की आखिरी तरीक है। सो थोड़े ही दिन रह गए ने इन्हां चोणां नूं। 14 फरवरी नूं ये चोणां करवाईयां जा रहीआं ने, जबकि 17 फरवरी नूं इन्हां चोणां दे नतीजे आ जाणगे। तुहानूं दस दईए इन्हां नगर निगम दीआं चोणां दे विच प्रचार दौरान ते नामजदगियां भरन दौरान हल्कियां झड़पां अते टकराਅ की स्थिति भी सामने आई सी। खास तौर पर मालवा इलाके दे विच श्रोमणी अकाली दल ते कांग्रेसी वर्करां दे दरमियान आपसी टकराਅ दीआं तस्वीरां सामने आईयां सन। श्रोमणी अकाली दल के प्रधान सुखबीर सिंह बादल की गड्डी के उपर भी हमला होया सी। इस सब तो बाद श्रोमणी अकाली दल ने इस दे इल्जाम सत्ताधारी कांग्रेस सरकार के उपर लगाए सन। सो पुलिस प्रशासन पूरी तरह दे नाल चौकस ते मुस्तैद है।
14 ਫਰਵਰੀ ਨੂੰ ਚੋਣਾਂ ਕਰਵਾਈਆਂ ਜਾਣਗੀਆਂ ਤੇ 17 ਫਰਵਰੀ ਨੂੰ ਇਹਨਾਂ ਚੋਣਾਂ ਦੇ ਨਤੀਜੇ ਆ ਜਾਣਗੇ। ਨਗਰ ਨਿਗਮ ਚੋਣਾਂ ਨੂੰ ਲੈ ਕੇ ਹੋਈ ਟਕਰਾਅ ਦੀ ਸਥਿਤੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੇ ਉੱਪਰ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਸੋ ਇਸ ਮਾਮਲੇ ਨੂੰ ਲੈ ਕੇ ਹੁਣ ਹਾਈ ਕੋਰਟ ਦਾ ਰੁਖ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸੋ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਨਿਗਮ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੀਆਂ ਖਬਰਾਂ ਆ ਰਹੀਆਂ ਸਨ ਤੇ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੀ ਦੁਰਵਰਤੋਂ ਦੇ ਇਲਜ਼ਾਮ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਜਾ ਰਹੇ ਸਨ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਦੇ ਇਲਜ਼ਾਮ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤਾਧਾਰੀ ਪਾਰਟੀ ਤੇ ਲਗਾਏ ਜਾ ਰਹੇ ਸਨ। ਸੋ ਇਸ ਨੂੰ ਲੈ ਕੇ ਹੁਣ ਅਦਾਲਤ ਦਾ ਰੁਖ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ। ਇਸ ਗੱਲ ਦੀ ਜਾਣਕਾਰੀ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਦਿੱਤੀ ਹੈ। ਜਿਹੜੀ ਸਾਡੀ ਫਰੀਦਕੋਟ ਦੀ ਮਿਊਨਿਸਪਲ ਕਮੇਟੀ ਦੀ ਚੋਣ ਹੈ ਉਹਨੂੰ ਲੈ ਕੇ ਪਹਿਲਾਂ ਤਾਂ ਵਾਰਡਬੰਦੀ 'ਚ ਬੜੀਆਂ ਧਾਂਦਲੀਆਂ ਹੋਈਆਂ। ਉਸ ਧਾਂਦਲੀ ਤੋਂ ਬਾਅਦ ਚਲੋ ਅਸੀਂ ਕਿਹਾ ਜਿਵੇਂ ਮਰਜ਼ੀ ਵਾਰਡ ਬਣਾ ਲੈਣ, ਜਿਵੇਂ ਮਰਜ਼ੀ ਨਕਸ਼ੇ ਬਣਾ ਲੈਣ, ਜਿੱਥੇ ਗਲੀ ਚੱਕ ਕੇ ਲਾਉਣੀਆਂ ਲਾ ਲੈਣ। ਅਸੀਂ ਤਾਂ ਕਹਿੰਦੇ ਆ ਵੋਟਾਂ ਪਾਉਣ। ਇਹਨਾਂ ਕੁਝੀਆਂ ਹਰਕਤਾਂ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਸੀ। ਆਪਦੇ ਮਨ ਮੁਤਾਬਕ ਪਿਕ ਐਂਡ ਚੂਜ਼ ਕਰਕੇ ਵਾਰਡਬੰਦੀ ਕੀਤੀ, ਵਾਰਡ ਬਣਾਏ। ਅਸੀਂ ਕੋਈ ਆਬਜੈਕਸ਼ਨ ਨਹੀਂ ਕੀਤੀ, ਵਾਰਡ ਬਣ ਗਏ। ਉਦੋਂ ਬਾਅਦ ਇਹ ਫਿਰ ਵੀ ਨਹੀਂ ਇਹਨਾਂ ਦਾ ਮਨ ਖੜਿਆ। ਫਿਰ ਵੋਟਾਂ ਜਿਹੜੀ ਹੈ ਉਹਦੀ ਕੱਟ-ਵੱਢ ਸ਼ੁਰੂ ਕੀਤੀ ਗਈ। ਇੱਕ ਵਾਰਡ 'ਚ 300 400 ਵੋਟ ਬਾਹਰੋਂ ਲਿਆ ਕੇ ਕਿਤੋਂ ਪਾਈ ਗਈ, ਪਤਾ ਨਹੀਂ ਕਿੱਥੋਂ ਦੇ ਵੋਟਰ ਹੈ। 300 400 ਵੋਟ ਕੱਟੀ ਗਈ ਤੇ ਇੱਕ ਵਾਰਡ ਦੀਆਂ ਵਾਰਡ ਦੀਆਂ 3 ਵੋਟਰ ਲਿਸਟਾਂ ਜਾਰੀ ਕੀਤੀਆਂ ਗਈਆਂ, ਜਿਹਦਾ ਪਤਾ ਹੀ ਨਹੀਂ ਵੀ ਹੁਣ ਅਸਲੀ ਵੋਟਰ ਲਿਸਟ ਕਿਹੜੀ ਹੈ, ਇਲੈਕਸ਼ਨ ਕਿਹਦੇ ਤੇ ਹੋਣਾ। ਜਿਹੜੀ ਸਾਡੀ ਫਰੀਦਕੋਟ ਦੀ ਮਿਊਨਿਸਪਲ ਕਮੇਟੀ ਦੀ ਚੋਣ ਹੈ ਉਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਜਲਾਲਾਬਾਦ ਦੀ ਘਟਨਾ ਤੋਂ ਬਾਅਦ ਸੱਤਾਧਾਰੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਜਾ ਰਹੇ ਨੇ। ਹਲਕਾ ਇੰਚਾਰਜ ਨੇ ਕਿਹਾ ਕਿ ਇਸ ਤਰ੍ਹਾਂ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਸੋ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤਾਧਾਰੀ ਪਾਰਟੀ ਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਧੱਕੇਸ਼ਾਹੀ ਤੇ ਘਪਲੇਬਾਜ਼ੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਸੋ ਤਪਾ ਮੰਡੀ ਦੀਆਂ ਤਸਵੀਰਾਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਨੇ। ਸੋ ਪ੍ਰਸ਼ਾਸਨਿਕ ਅਮਲੇ ਦੀ ਦੁਰਵਰਤੋਂ ਦੇ ਇਲਜ਼ਾਮ ਵੀ ਨਗਰ ਨਿਗਮ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤਾਧਾਰੀ ਪਾਰਟੀ ਕਾਂਗਰਸ ਦੇ ਉੱਪਰ ਲਗਾਏ ਜਾ ਰਹੇ ਨੇ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਡੇ ਪੱਧਰ ਤੇ ਕਾਂਗਰਸੀਆਂ ਵੱਲੋਂ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕੈਪਟਨ ਸਰਕਾਰ ਹੁੰਦੇ ਹੋਏ ਪਹਿਲਾਂ ਸੁਖਬੀਰ ਬਾਦਲ ਤੇ ਹਮਲਾ ਹੋਇਆ, ਅੱਜ ਤਪਾ ਮੰਡੀ ਦੇ ਵਿੱਚ ਹੈਗਾ ਲਾਟ ਸਮਾਂ ਚੱਲ ਰਿਹਾ ਹੈਗਾ। ਅਕਾਲੀ ਦਲ ਦੇ ਜਿਹੜੇ ਹੈਗੇ ਆ ਉਮੀਦਵਾਰ ਕੈਂਡੀਡੇਟ ਹੈਗੇ ਤਰਲੋਚਨ ਬਾਂਸਲ ਅਤੇ ਉਹਦੀ ਪਤਨੀ, ਉਹਨਾਂ ਦੇ ਕਾਰਜ ਜਾਣਬੁੱਝ ਕੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੱਥਕੰਡੇ ਅਪਣਾਏ ਜਾ ਰਹੇ ਕਾਂਗਰਸ ਸਰਕਾਰ ਵੱਲੋਂ। ਮੈਂ ਕੈਮਰਾ ਪਰਸਨ ਨੂੰ ਕਹਿਣਾ ਚਾਹਾਂਗਾ ਦਿਖਾਇਆ ਜਾਵੇ ਵੱਡੇ ਪੱਧਰ ਤੇ ਹੈਗਾ ਜਿਹੜਾ ਇਕੱਠ ਹੈਗਾ। ਇਹ ਜਿਹੜਾ ਇਕੱਠ ਹੈਗਾ ਸਬ ਡਿਵੀਜ਼ਨ ਮੈਜਿਸਟ੍ਰੇਟ ਤਪਾ ਦੇ ਵਿੱਚ ਵੱਡਾ ਇਕੱਠ ਤਰਲੋਚਨ ਬਾਂਸਲ ਅਤੇ ਉਹਨਾਂ ਦੀ ਧਰਮ ਪਤਨੀ ਦੇ ਹੱਕ ਦੇ ਵਿੱਚ ਜੁਟਿਆ ਹੈਗਾ। ਜਿਹੜਾ ਇੱਕ ਜਾਣ ਬੁੱਝ ਕੇ ਕੋਝੀ ਸ਼ਰਾਰਤ, ਸਰਕਾਰ ਦੀ ਕੋਝੀ ਸ਼ਰਾਰਤ ਹੈਗੀ ਆ ਵੀ ਤਰਲੋਚਨ ਬਾਂਸਲ ਜੋ ਨਗਰ ਕੌਂਸਲ ਤਪਾ ਦੇ ਪ੍ਰਧਾਨ ਰਹਿ ਚੁੱਕੇ ਨੇ, ਵੱਡੇ ਪੱਧਰ ਤੇ ਖਤਰਾ ਮੰਨਿਆ ਜਾ ਰਿਹਾ। ਕਾਂਗਰਸ ਪਾਰਟੀ ਨੂੰ ਖਤਰਾ ਹੈਗਾ ਵੀ ਦੁਬਾਰਾ ਫਿਰ ਨਗਰ ਕੌਂਸਲ ਚੋਣ ਜਿੱਤ ਕੇ ਨਗਰ ਕੌਂਸਲ ਤਪਾ ਦੀ ਜਿਹੜੀ ਹੈਗੀ ਆ ਕੁਰਸੀ ਤੇ ਕਾਬੂ ਨਾ ਹੋ ਸਕਣ। ਕੈਮਰਾ ਪਰਸਨ ਜਤਿੰਦਰ ਨਾਲ ਧਰਮਿੰਦਰ ਸਿੰਘ ਢਾਲੀ। ਦਿੱਲੀ ਵਿਖੇ ਕਿਸਾਨੀ ਅੰਦੋਲਨ ਦੌਰਾਨ ਸੋਸ਼ਲ ਮੀਡੀਆ ਸਾਈਟਸ ਦੀ ਭੂਮਿਕਾ ਦੇ ਉੱਪਰ ਦਿੱਲੀ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਹੈ। ਦਿੱਲੀ ਪੁਲਿਸ ਨੇ ਸਵਾਲ ਚੁੱਕੇ ਨੇ ਤੇ ਸੋਸ਼ਲ ਸਾਈਟਸ ਦੀ ਭੂਮਿਕਾ ਦੇ ਉੱਪਰ ਵੀ ਵੱਡੇ ਸਵਾਲ ਖੜੇ ਕੀਤੇ ਨੇ। ਦਿੱਲੀ ਪੁਲਿਸ ਨੇ ਇਸ ਬਾਬਤ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਅੰਦੋਲਨ ਦੌਰਾਨ ਇਹਨਾਂ ਵੈਬਸਾਈਟਾਂ ਦੀ ਭੂਮਿਕਾ ਸ਼ੱਕੀ ਸੀ ਤੇ ਇਸ ਮਾਮਲੇ ਦੇ ਉੱਪਰ ਦਿੱਲੀ ਪੁਲਿਸ ਜਾਂਚ ਜ਼ਰੂਰ ਕਰੇਗੀ। दिल्ली पुलिस कमिश्नर SN श्रीवास्तव ने इस बाबत जानकारी दी है। दिल्ली पुलिस को भारत सरकार के खिलाफ सेंटीमेंट्स एक्सप्रेस करने के लिए, किसान एजुकेशन के नाम पे कम्युनिटीज़ के बीच में डिसअफेक्शन स्प्रेड करने के लिए, और इसके बाबत हम लोगों ने किसान जो नेता हैं जो वहाँ पे आंदोलन कर रहे हैं उनको भी ये बात बताई थी कि कुछ एलिमेंट्स ऐसे हैं जो इस किसान आंदोलन का फ़ायदा उठाना चाहते हैं।
और इसी कॉन्टेक्स्ट में दिल्ली पुलिस को सोशल मीडिया मॉनिटरिंग के कॉन्टेक्स्ट में एक पर्टिकुलर अकाउंट के द्वारा एक डॉक्यूमेंट अपलोड किया गया जिसका नाम टूल किट है। उस टूल किट को एक पर्टिकुलर प्रो खालिस्तानी ऑर्गेनाइजेशन है जिसका नाम पोएटिक जस्टिस फाउंडेशन है, इसके द्वारा इसकी ऑथरशिप दिखाई गई है। और इस डॉक्यूमेंट में एक एक्शन प्लान डिलिनेट किया गया है, जिस एक्शन प्लान में ये बताया गया है कि 26 जनवरी के बाद 26 जनवरी और उसके आसपास डिजिटल स्ट्राइक करना है, एक ट्वीट स्टॉर्म करना है 23 जनवरी के ऑनवर्ड्स, एक फिजिकल एक्शन करना है 26 जनवरी को, और फार्मर्स प्रोटेस्ट और जो मार्च 26 जनवरी को होना था उसको या तो ज्वाइन करना है या इसको वॉच करना है कैसे ये दिल्ली में प्रवेश करता है और फिर वापस ये बॉर्डर पे जाता है। ਸੰਗਰੂਰ ਦੇ ਲਹਿਰਾ ਗਾਗਾ ਵਿਖੇ BKU ਉਗਰਾਹਾਂ ਵੱਲੋਂ ਬਿਜਲੀ ਵਿਭਾਗ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂ ਨੇ ਦੱਸਿਆ ਕਿ ਪਿੰਡ ਰਾਮਗੜ੍ਹ ਸੰਧੂਆਂ ਵਿਖੇ ਟਰਾਂਸਫਾਰਮਰ ਦੇ ਮਾਮਲੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੋ ਜਿੱਥੇ ਇੱਕ ਪਾਸੇ ਕਿਸਾਨ ਲਗਾਤਾਰ ਖੇਤੀ ਬਿੱਲਾਂ ਨੂੰ ਲੈ ਕੇ ਦਿੱਲੀ ਵਿਖੇ ਡਟੇ ਹੋਏ ਨੇ, ਉੱਥੇ ਪੰਜਾਬ ਦੇ ਵਿੱਚ ਵੀ ਵੱਖੋ ਵੱਖਰੀਆਂ ਸਮੱਸਿਆਵਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਸੋ ਲਹਿਰਾ ਗਾਗਾ ਦੀਆਂ ਤਸਵੀਰਾਂ ਨੇ ਜਿੱਥੇ ਬਿਜਲੀ ਵਿਭਾਗ ਵੱਲੋਂ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਟਰਾਂਸਫਾਰਮਰ ਦੇ ਚੱਲ ਰਹੇ ਵਿਵਾਦ ਦੇ ਉੱਪਰ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਬੀਬੀਆਂ ਵੱਲੋਂ ਵੀ ਹਿੱਸਾ ਲਿਆ ਗਿਆ ਹੈ ਤੇ ਕਿਸਾਨਾਂ ਵੱਲੋਂ ਬਿਜਲੀ ਵਿਭਾਗ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇ। ਕਈ ਘਰਾਂ ਨੂੰ ਜਾਣੀ 35-40 ਘਰਾਂ ਨੂੰ ਵੋਲਟੇਜ ਨਹੀਂ ਪਹੁੰਚ ਰਹੀ ਹੈਗੀ। ਲੋਕ ਜਾਣੀ ਅਸੀਂ ਸਾਡਾ ਵਿਊ ਇਹ ਹੈ ਵੀ ਲੋਕ ਜਾਣੀ ਧਰਨਾ ਜਿਹੜਾ ਆਪਦਾ ਮੀਟਰ ਦੇ ਵਿੱਚ ਦੀ ਲਾਈਟ ਵਰਤਦੇ ਨੇ ਉਹਦਾ ਬਿੱਲ ਭਰਦੇ ਨੇ, ਪੈਸੇ ਦਿੰਦੇ ਨੇ, ਮੁੱਲ ਖਰੀਦਦੇ ਨੇ, ਉਹਨਾਂ ਨੂੰ ਪੂਰੀ ਵੋਲਟੇਜ ਨਹੀਂ ਮਿਲਦੀ। ਮਹਿਕਮਾ ਬਿੱਲ ਤਾਂ ਧੜਾ ਧੜ ਭੇਜੀ ਜਾਂਦਾ ਹੈ, ਬਿਜਲੀ ਦਿਨ ਰਾਤ ਮਹਿੰਗੀ ਕਰੀ ਜਾਂਦਾ ਹੈ ਤੇ ਇਹਨੂੰ ਪ੍ਰਾਈਵੇਟ ਕਰਨ ਤੇ ਜ਼ੋਰ ਲਾ ਰੱਖਿਆ, ਪਰ ਲੋਕਾਂ ਨੂੰ ਲਾਈਟ ਦੀ ਜਿਹੜੀ ਸਹੂਲਤ ਮਿਲਣੀ ਚਾਹੀਦੀ ਆ ਉਹ ਸਹੂਲਤ ਤੋਂ ਭੱਜ ਰਹੇ। ਸਾਡਾ ਇਹ ਵਿਊ ਹੈ ਵੀ ਤੁਸੀਂ ਆਪਦਾ ਉਹ ਟਰਾਂਸਫਾਰਮ ਜਿਹੜਾ ਮਨਜ਼ੂਰ ਹੋਇਆ ਟਰਾਂਸਫਾਰਮ ਹੈ, ਸਾਨੂੰ ਟਰਾਂਸਫਾਰਮ ਲਾ ਕੇ ਉੱਥੇ ਲੋਕਾਂ ਨੂੰ ਸਹੀ ਵੋਲਟੇਜ ਚੱਲਦੀ ਕਰੋ। ਸੰਗਰੂਰ ਦੇ ਪਿੰਡ ਚੁੜਲ ਕਲਾਂ ਦੇ ਵਿੱਚ ਕੜੇਲ ਦੇ ਵਿੱਚ ਹਾਈਵੇ ਦਾ ਵਿਵਾਦ ਸਾਹਮਣੇ ਆਇਆ, ਜਿੱਥੇ ਜ਼ਮੀਨਾਂ ਐਕਵਾਇਰ ਕਰਨ ਨੂੰ ਲੈ ਕੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵਿਰੋਧ ਕੀਤਾ ਹੈ ਤੇ BKU ਉਗਰਾਹਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਸੰਬੰਧ ਦੇ ਵਿੱਚ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਸੋ ਹਾਈਵੇ ਨੂੰ ਲੈ ਕੇ ਜ਼ਮੀਨਾਂ ਐਕਵਾਇਰ ਕਰਨ ਨੂੰ ਲੈ ਕੇ ਸੰਗਰੂਰ ਜ਼ਿਲ੍ਹੇ ਦੇ ਇਸ ਪਿੰਡ ਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਬਾਬਤ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ। ਆਪਣੇ ਸੰਘਰਸ਼ ਦੇ ਵਿੱਚ ਬੱਲਰਾਂ ਦੀ ਜ਼ਮੀਨ ਆਉਂਦੀ ਹੈ ਜਾਂ ਕਰੇਲ ਦੀ ਆਉਂਦੀ ਹੈ, ਅੰਨਦਾਤਾ ਅੱਜ ਆਪ ਢਿੱਡੋਂ ਭੁੱਖਾ ਬੈਠਾ ਹੈ। ਆਪਣੇ ਸੰਘਰਸ਼ ਦੇ ਵਿੱਚ ਉਸ ਬੱਲਰਾਂ ਦੀ ਜ਼ਮੀਨ ਆਉਂਦੀ ਹੈ ਜਾਂ ਕਰੇਲ ਦੀ ਆਉਂਦੀ ਹੈ, ਕਾਲ ਦੀ ਲੋੜ ਹੁੰਦੀ ਹੈ, ਪਰ ਜ਼ਮੀਨਾਂ ਤਾਂ ਨਿਕਲ ਗਈਆਂ। ਇੱਕ ਵਾਰ ਹੁਣ ਤੁਹਾਨੂੰ ਦਿਖਾਉਂਦੇ ਹਾਂ ਬਲਜਿੰਦਰ ਸਿੰਘ ਮਾਨ ਦੇ ਨਾਲ ਕੀਤੀ ਗਈ ਖਾਸ ਗੱਲਬਾਤ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ ਕਿਸਾਨਾਂ ਦੀ ਗਿਣਤੀ ਲਗਾਤਾਰ ਘਟ ਰਹੀ ਸੀ। ਪਲਵਲ ਦੇ ਵਿੱਚ ਮੋਰਚਾ ਵੀ ਸ਼ੁਰੂ ਕਰ ਦਿੱਤਾ ਗਿਆ। ਕਿਸਾਨੀ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਬਲਵਿੰਦਰ ਸਿੰਘ ਮਾਨ ਵੱਲੋਂ ਕੀਤੀ ਜਾ ਰਹੀ ਹੈ। ਗਰਾਊਂਡ ਲੈਵਲ ਤੇ ਇਸ ਕਿਸਾਨ ਅੰਦੋਲਨ ਦੀ ਸਥਿਤੀ ਤੋਂ ਜਾਣੂ ਕਰਵਾਉਣ ਵਾਸਤੇ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਬਲਜਿੰਦਰ ਸਿੰਘ ਮਾਨ ਸਾਡੇ ਨਾਲ ਮੌਜੂਦ ਨੇ। ਮਾਨ ਸਾਹਿਬ, ਤੁਹਾਡਾ ਡੇਲੀ ਪੋਸਟ ਪੰਜਾਬੀ ਤੇ ਸਵਾਗਤ ਹੈ ਜੀ। ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਸੀਂ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਇੱਥੇ ਤਾਂ ਮੋਰਚਿਆਂ ਦੇ ਵਿੱਚ ਸਥਿਤੀ ਮੀਡੀਆ ਲਗਾਤਾਰ ਦਿਖਾ ਰਿਹਾ ਤੇ ਸਾਡੇ ਦਰਸ਼ਕ ਇਹ ਜਾਣਨਾ ਚਾਹਣਗੇ ਕਿ ਗਰਾਊਂਡ ਲੈਵਲ ਤੇ ਭਾਰਤ ਦੇ ਖੇਤਾਂ ਦੇ ਵਿੱਚ ਭਾਰਤ ਦਾ ਜੋ ਕਿਸਾਨ ਇੱਥੇ ਨਹੀਂ ਆ ਸਕਦਾ, ਦੂਰ ਦੁਰੇਡੇ ਤੱਕ ਤੁਸੀਂ ਹੁਣ ਤੱਕ ਮੀਟਿੰਗਾਂ ਕਰ ਚੁੱਕੇ ਹੋ ਕਿਸਾਨਾਂ ਨਾਲ, ਅਸਲ ਦੇ ਵਿੱਚ ਉੱਥੇ ਕੀ ਸੋਚਣਾ ਕਿਸਾਨਾਂ ਦਾ? ਕਿਹੋ ਜਿਹੀ ਸਥਿਤੀ ਤੁਸੀਂ ਮਹਿਸੂਸ ਕਰਦੇ ਹੋ ਕਿਸਾਨ ਅੰਦੋਲਨ ਦੀ ਉਹਨਾਂ ਕਿਸਾਨਾਂ ਦੇ ਮਨਾਂ 'ਚ? ਜਿਹੜਾ ਆਪਣਾ ਪਲਵਲ ਬਾਰਡਰ ਸੀਗਾ ਨਾ, ਪਲਵਲ ਬਾਰਡਰ ਤੇ ਜ਼ਿਆਦਾਤਰ ਛੋਟੇ ਕਿਸਾਨ ਆ ਕੇ ਬੈਠੇ ਸੀ। ਇੱਕ ਗਵਾਲੀਅਰ ਤੋਂ ਅੱਗੇ ਤਹਿਸੀਲ ਹੈ ਡਬਰਾ, ਉਸ ਡਬਰਾ ਤਹਿਸੀਲ 'ਚ ਆਪਣੇ ਸਿੱਖ ਭਾਈਚਾਰਾ ਬਹੁਤ ਹੈ ਔਰ ਬਹੁਤ ਮਜ਼ਬੂਤ ਨੇ। ਆਪਣਾ ਸਿੱਖ ਭਾਈਚਾਰਾ ਉੱਥੇ ਬਹੁਤ ਮਜ਼ਬੂਤ ਹੈ
ਔਰ ਉਹ ਮਜ਼ਬੂਤੀ ਦੀ ਸਾਨੂੰ ਜਿਹੜੀ ਹੈ ਇਹ ਫਾਇਦਾ ਹੋਇਆ ਕਿ ਉਹਨਾਂ ਨੇ ਇੱਥੇ ਆ ਕੇ ਪਹਿਲੇ ਦਿਨ ਤੋਂ ਹੀ ਲੰਗਰ ਜਿਹੜੇ ਸਟਾਰਟ ਕਰਤੇ ਸੀ। ਜੇ ਲੰਗਰਾਂ ਦਾ ਸਾਨੂੰ ਇਹ ਬੈਨੀਫਿਟ ਹੋਇਆ ਉਹਨਾਂ ਲੰਗਰ ਸ਼ੁਰੂ ਕਰਨ ਦਾ ਕਿ ਜਿਹੜਾ ਦੂਸਰਾ ਗਰੀਬ ਤਬਕਾ ਸੀਗਾ ਉਹ ਲੰਗਰ ਛਕਦਾ ਸੀ ਤੇ ਉੱਥੇ ਆਪਣਾ ਧਰਨੇ ਨੂੰ ਮਜ਼ਬੂਤ ਕਰਦਾ ਸੀਗਾ, ਤੇ ਉਹਨੂੰ ਘਰ ਦੀ ਯਾਦ ਵੀ ਨਹੀਂ ਸੀ ਆਉਂਦੀ। ਉਹ ਪਲਵਲ ਬਾਰਡਰ ਜਦੋਂ ਹੌਲੀ ਹੌਲੀ 26 ਜਨਵਰੀ ਤੋਂ ਬਾਅਦ ਲੋਕ ਘਰਾਂ ਨੂੰ ਜਾਣ ਲੱਗੇ ਤੇ ਪਲਵਲ ਬਾਰਡਰ ਦੀ ਗਿਣਤੀ ਬਹੁਤ ਜ਼ਿਆਦਾ ਘਟ ਗਈ, ਕਿਉਂਕਿ ਛੋਟਾ ਕਿਸਾਨ ਕਾਫੀ ਦਿਨ ਤੋਂ ਬੈਠਾ ਸੀ, ਇੱਕ ਡੇਢ ਮਹੀਨਾ ਹੋ ਗਿਆ ਸੀ ਬੈਠਿਆਂ ਨੂੰ, ਤਾਂ ਘਰਾਂ ਨੂੰ ਵਾਪਸ ਜਾਣ ਲੱਗੇ। ਪਰ ਸਾਡਾ ਸਿੱਖ ਭਾਈਚਾਰਾ ਉਹ ਉੱਥੇ ਬੈਠਾ ਰਿਹਾ, ਬਟ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਸੀਗੇ ਜੋ ਉੱਥੇ ਬੈਠੇ ਸੀ। ਉਹ ਜਦੋਂ 26 ਤਾਰੀਖ ਦੀ ਘਟਨਾ ਹੋਈ, ਉਹ ਘਟਨਾ ਦੇ ਬਾਅਦ ਉਹਨਾਂ ਦੀ ਗਿਣਤੀ ਘਟ ਗਈ, ਹਿੰਦੂ ਭਾਈਚਾਰਾ ਜਿਹੜਾ ਸੀਗਾ ਉਹ ਚਲਾ ਗਿਆ ਔਰ ਉਹ ਬਹੁਤ ਘੱਟ ਰਹਿ ਗਏ, ਇਸ ਕਰਕੇ ਦਬਾਅ ਉੱਥੇ ਬਣ ਗਿਆ। ਇਸ ਕਰਕੇ ਅਸੀਂ ਉੱਥੇ ਸਾਡਾ ਕੱਲ੍ਹ ਇੱਕ ਬਹੁਤ ਵੱਡੀ ਪੰਚਾਇਤ ਹੋਈ ਹੈ ਡਬਰਾ ਦੇ ਵਿੱਚ। ਉਹ ਪੰਚਾਇਤ ਦੇ ਵਿੱਚ ਲਗਭਗ 5 ਤੋਂ 6 ਹਜ਼ਾਰ ਜਿਹੜਾ ਹੈ ਉੱਥੇ ਕਿਸਾਨ ਆਏ ਸੀਗੇ ਔਰ ਉਹਨਾਂ ਨੇ ਉੱਥੇ ਪਹੁੰਚ ਕੇ ਸਾਨੂੰ ਉੱਥੇ ਕਿਹਾ ਸੀ ਵੀ ਤੁਸੀਂ ਆਓ ਇੱਥੇ। ਸਾਡੀ ਕਮੇਟੀ ਵੱਲੋਂ ਸਾਡੀ ਡਿਊਟੀ ਲੱਗੀ ਸੀ, ਮੈਂ ਔਰ ਸਾਡੇ ਰਾਜਵੀਰ ਸਿੰਘ ਜਾਦੌਨ ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ, ਅਸੀਂ ਉੱਥੇ ਗਏ ਸੀਗੇ। ਉੱਥੇ 5-6 ਹਜ਼ਾਰ ਦੀ ਗਿਣਤੀ ਦੇ ਵਿੱਚ ਇਕੱਠ ਹੋਇਆ ਔਰ ਉਸ ਇਕੱਠ ਦੇ ਵਿੱਚ ਇੰਨਾ ਜੋਸ਼ ਸਾਨੂੰ ਦੇਖਣ ਨੂੰ ਮਿਲਿਆ ਕਿਉਂਕਿ ਦੁਬਾਰਾ ਤੋਂ ਅੰਦੋਲਨ ਖੜਾ ਹੋ ਗਿਆ ਗਾਜੀਪੁਰ ਤੋਂ ਹੀ, ਤੇ ਇਹਦੇ ਵਿੱਚ ਟਿਕੈਤ ਸਾਹਿਬ ਦੀ ਭੂਮਿਕਾ ਜਿਹੜੀ ਹੈ ਬਹੁਤ ਜ਼ਿਆਦਾ ਅਸਰਦਾਰ ਰਹੀ ਹੈ ਪੂਰੇ ਦੇਸ਼। ਸੋ ਅੰਮ੍ਰਿਤਸਰ ਤੋਂ ਬੇहद ਅਹਿਮ ਖਬਰ ਸਾਹਮਣੇ ਆਈ ਹੈ। 14 ਘੰਟੇ ਦੀ ਪੁੱਛਤਾਛ ਤੋਂ ਬਾਅਦ ਨੌਜਵਾਨ ਅਮਰਜੀਤ ਸਿੰਘ ਉਰਫ ਮਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ। 500 ਕਿਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਦੇ ਵਿੱਚ ਇਹ ਗ੍ਰਿਫਤਾਰੀ ਕੀਤੀ ਗਈ ਹੈ। ਅੰਮ੍ਰਿਤਸਰ ਦੇ ਇੱਕ ਘਰ ਦੇ ਵਿੱਚੋਂ 20 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਨੇ। 500 ਕਿਲੋ ਹੈਰੋਇਨ ਦੀ ਬਰਾਮਦਗੀ ਦਾ ਇਹ ਮਾਮਲਾ, ਜਿਸ ਦੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਨੌਜਵਾਨ ਤੋਂ ਲਗਾਤਾਰ 14 ਘੰਟੇ ਦੀ ਪੁੱਛਤਾਛ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਨੌਜਵਾਨ ਅਮਰਜੀਤ ਉਰਫ ਮਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ। 500 ਕਿਲੋ ਹੈਰੋਇਨ ਬਰਾਮਦਗੀ ਦਾ ਇਹ ਮਾਮਲਾ ਸੀ ਜਿਸ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਤੁਹਾਨੂੰ ਦੱਸ ਦਈਏ ਲੰਮੇ ਸਮੇਂ ਤੱਕ NIA ਵੱਲੋਂ ਇਹ ਪੁੱਛਤਾਛ ਕੀਤੀ ਗਈ ਸੀ ਨੌਜਵਾਨ ਤੋਂ, ਉਸ ਤੋਂ ਬਾਅਦ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ। ਸੋ ਸੁਖਚੈਨ ਸਾਗਰ ਸਾਡੇ ਪੱਤਰਕਾਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਸੁਖਚੈਨ, ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਨੌਜਵਾਨ ਅਮਰਜੀਤ ਤੋਂ, ਲੰਮੀ ਪੁੱਛ ਗਿੱਛ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਹੈ। ਪੂਰਾ ਮਾਮਲਾ ਦੱਸੋ ਸਾਡੇ ਦਰਸ਼ਕਾਂ ਨੂੰ, ਕੀ ਹੈ ਪੂਰਾ ਮਾਮਲਾ? ਜੀ ਬਿਲਕੁਲ, ਮਾਮਲੇ ਦੀ ਜੇ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਲਾਗੇ ਲੋਹਾਰਕਾ ਰੋਡ ਤੇ ਇੱਕ ਘਰ ਸੀ ਜਿਹਦੇ ਉੱਤੇ ਪੁਲਿਸ ਵੱਲੋਂ ਕੱਲ ਸਵੇਰੇ 6:30 ਦੇ ਕਰੀਬ ਰੇਡ ਕੀਤੀ ਗਈ, ਆਪਣਾ NIA ਵੱਲੋਂ ਰੇਡ ਕੀਤੀ ਗਈ। ਤਾਂ ਜਿੱਦਾਂ ਹੀ NIA ਦੀ ਟੀਮ ਉੱਥੇ ਪਹੁੰਚੀ ਆ ਤਾਂ ਕਰੀਬ 1 ਘੰਟਾ ਕਿਹਾ ਗਿਆ ਕਿ ਇਲਾਕਾ ਨਿਵਾਸੀਆਂ ਵੱਲੋਂ ਕਿ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ, ਖਟਖਟਾਇਆ ਗਿਆ ਦਰਵਾਜ਼ਾ। ਫਿਰ ਪੰਜਾਬ ਪੁਲਿਸ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਤਾਂ ਜਬਰਨ ਉਹ ਦਰਵਾਜ਼ਾ ਖਲਵਾਇਆ ਗਿਆ। ਤਾਂ ਖਲਵਾਉਣ ਤੋਂ ਬਾਅਦ ਫਿਰ ਲਗਾਤਾਰ ਜਾਂਚ ਜਿਹੜੀ ਸ਼ੁਰੂ ਕੀਤੀ ਗਈ ਤਾਂ ਪੂਰਾ ਦਿਨ ਲਗਾਤਾਰ ਜਾਂਚ ਚੱਲੀ ਹੈ। ਤਾਂ ਸ਼ਾਮ ਵੇਲੇ ਟਵੀਟ NIA ਵੱਲੋਂ ਟਵੀਟ ਕੀਤੀ ਜਾਂਦੀ ਹੈ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਜਿਹੜਾ ਕਾਬੂ ਕੀਤਾ ਗਿਆ, ਜਿਹਦੇ ਘਰ ਅਸੀਂ ਰੇਡ ਕੀਤੀ ਗਈ NIA ਵੱਲੋਂ, ਤੇ ਉਹਦੇ ਕੋਲੋਂ 20 ਲੱਖ ਰੁਪਇਆ ਡਰਗ ਮਨੀ ਤੇ 130 ਜ਼ਿੰਦਾ ਕਾਰਤੂਸ ਇਹਦੇ ਕੋਲ ਬਰਾਮਦ ਕੀਤੇ ਗਏ ਨੇ। ਤਾਂ ਹੋਰ ਵੀ ਦਸਤਾਵੇਜ਼ ਕਾਫੀ ਨੇ, ਤਾਂ ਕਾਫੀ ਕੜੀਆਂ ਖੋਲ ਸਕਦੀਆਂ ਨੇ। ਤਾਂ ਜ਼ਿਆਦਾਤਰ ਅਸੀਂ ਕਹਿ ਸਕਦੇ ਕਿ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਈ, ਪਰ ਪ੍ਰੈਸ ਨੋਟ ਜਿਹੜਾ ਜਾਰੀ ਕੀਤਾ ਗਿਆ ਉਹਦੇ ਵਿੱਚ ਬਿਲਕੁਲ ਸਾਫ਼ ਕਰ ਦਿੱਤਾ ਗਿਆ। ਤਾਂ ਇਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ 500 ਕਿਲੋ ਹੈਰੋਇਨ ਮਾਮਲਾ ਜਿਹੜਾ ਸੀ ਪਿਛਲੀ ਦੇਰ ਕਾਫੀ ਜਿਹੜਾ ਸੁਰਖੀਆਂ ਵਿੱਚ ਰਿਹਾ ਸੀ, ਤਾਂ ਉਹਦੇ ਵਿੱਚ ਰਣਜੀਤ ਸਿੰਘ ਚੀਤਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਉਸੇ ਦਾ ਹੀ ਇਹ ਕਰੀਬੀ ਦੱਸਿਆ ਜਾ ਰਿਹਾ ਵੀ ਇਹ ਜਿਹੜਾ ਨੌਜਵਾਨ ਗ੍ਰਿਫਤਾਰ ਕੀਤਾ ਇਹ ਉਸੇ ਦਾ ਕਰੀਬੀ ਆ। ਤਾਂ ਹਿਜ਼ਬੁਦੀਨ ਜਿਹੜਾ ਹਿਜ਼ਬੁਲ ਤਾਂ ਉਹਦਾ ਵੀ ਕੋਈ ਦੱਸਿਆ ਜਾ ਰਿਹਾ ਕਿ ਉਹਦੇ ਨਾਲ ਵੀ ਲਿੰਕ ਇਹਦੇ ਜਿਹੜੇ ਹੋ ਸਕਦੇ ਨੇ। ਤਾਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ, ਹਰ ਕੜੀ ਖੋਲਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਏਗੀ NIA ਵੱਲੋਂ। ਜੀ ਸੁਖਚੈਨ, ਕਿਉਂਕਿ ਇਹ ਵੱਡੀ ਮਾਤਰਾ ਦੇ ਵਿੱਚ ਜੋ ਨਸ਼ੇ ਦਾ ਮਾਮਲਾ ਹੈ 500 ਕਿਲੋ, ਸੋ ਇਹਦੇ ਕੜੀਆਂ ਜ਼ਰੂਰ ਕਿਤੇ ਨਾ ਕਿਤੇ ਜੁੜਦੀਆਂ ਹੋਣਗੀਆਂ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੋਰ ਵੀ ਕੋਈ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਖਾਸ ਤੌਰ ਤੇ ਇਸ ਮਾਮਲੇ ਨੂੰ ਲੈ ਕੇ? ਜੀ ਫਿਲਹਾਲ ਦੇਖਿਆ ਜਾਵੇ ਤਾਂ ਜਦੋਂ 500 ਕਿਲੋ ਹੈਰੋਇਨ ਮਾਮਲਾ ਹੋਇਆ ਸੀ ਤਾਂ ਇੱਕ ਤੋਂ ਬਾਅਦ ਇੱਕ ਗ੍ਰਿਫਤਾਰੀ ਜਿਹੜੀ ਆ ਲਗਾਤਾਰ ਹੋ ਰਹੀ ਸੀ, ਤਾਂ ਵੱਡੇ ਵੱਡੇ ਚਿਹਰੇ ਵੀ ਸਾਹਮਣੇ ਆਏ ਸਨ। ਤਾਂ ਉਹੀ ਮਾਮਲਾ ਜਿਹੜਾ ਅਸੀਂ ਕਹਿ ਸਕਦੇ ਕਿ ਲਗਾਤਾਰ NIA ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਤਾਂ ਨਵੇਂ ਤੋਂ ਨਵਾਂ ਚਿਹਰਾ ਜਿਹੜਾ ਉਹ ਸਾਹਮਣੇ ਆ ਰਿਹਾ। ਤਾਂ ਇਹੀ ਜਿਹੜਾ ਨੌਜਵਾਨ ਗ੍ਰਿਫਤਾਰ ਕੀਤਾ, ਤਾਂ ਇਹ ਵੀ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਕਿ ਇਸੇ ਕੜੀ ਦਾ ਕੁੰਡਾ ਹੀ ਹੈ ਜਿਹੜਾ ਕਿ ਖੋਲਿਆ ਗਿਆ। ਤਾਂ ਹੋਰ ਵੀ ਕੜੀਆਂ ਲਗਾਤਾਰ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਉਮੀਦਾਂ ਨੇ, ਕਿਉਂਕਿ ਕਿਹਾ ਜਾ ਰਿਹਾ ਕਿ ਜਦੋਂ ਇਸ ਨੌਜਵਾਨ ਨੂੰ ਘਰ ਦੇ ਗਏ ਸੀ ਤਾਂ
ਜਿਹੜੀ ਇਨਫੋਰਮੇਸ਼ਨ ਮਿਲੀ ਹੈ ਕਿ ਇਹਦੇ ਵੱਲੋਂ ਜਿਹੜਾ ਆਪਣਾ ਕੁਝ ਦਸਤਾਵੇਜ਼ ਸੀ ਤੇ ਜਾਂ ਫਿਰ 130 ਕਾਰਤੂਸ ਜਿਹੜੇ ਉਹਨਾਂ ਵਿੱਚੋਂ ਕਾਰਤੂਸ ਜਿਹੜੇ ਸੀ ਉਹ ਫਲਸ਼ ਕਰ ਦਿੱਤੇ ਗਏ ਸੀ। ਤਾਂ ਫਿਰ ਜਿੱਦਾਂ ਹੀ NIA ਨੂੰ ਪਤਾ ਲੱਗਾ ਸੀ ਕਿ ਇਸ ਤਰ੍ਹਾਂ ਦਾ ਕੀਤਾ ਗਿਆ ਕੰਮ, ਤੇ ਉਹਨਾਂ ਨੇ ਫਿਰ ਸੀਵਰੇਜ ਤੋੜ ਕੇ ਤਾਂ ਵਿੱਚੋਂ ਕਿਹਾ ਜਾ ਰਿਹਾ ਕਿ ਜਿਹੜੇ ਦਸਤਾਵੇਜ਼ ਵੀ ਕੱਢੇ ਸਨ, ਤਾਂ ਜਿਹੜੇ 130 ਕਾਰਤੂਸ ਨੇ ਇਹ ਵੀ ਕੱਢੇ, ਤਾਂ ਹੋਰ ਵੀ ਕਾਫੀ ਸਮਾਨ ਜਿਹੜਾ ਸੀ ਉਹ ਨਿਕਲਿਆ ਸੀ। ਤਾਂ ਉਸ ਤੋਂ ਬਾਅਦ ਹੋ ਸਕਦਾ ਕਿ ਦਸਤਾਵੇਜ਼ ਦੇ ਵਿੱਚ ਵੱਡੇ ਨਾਮ ਜਿਹੜੇ ਨੇ ਸ਼ਾਮਲ ਹੋਣ ਤੇ ਉਹ ਵੱਡੀਆਂ ਜਿਹੜੀਆਂ ਕੜੀਆਂ ਖੋਲ ਸਕਦੀਆਂ ਨੇ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਜਾਣਕਾਰੀ ਦੇ ਲਈ। ਸੋ ਸੁਖਚੈਨ ਸਾਗਰ ਜਾਣਕਾਰੀ ਦੇ ਰਹੇ ਸਨ ਇਸ ਪੂਰੇ ਮਾਮਲੇ ਦੇ ਵਿੱਚ। ਕੜੀਆਂ ਹੋਰ ਵੀ ਜੁੜ ਰਹੀਆਂ ਨੇ, ਇੰਟਰਨੈਸ਼ਨਲ ਕਨੈਕਸ਼ਨ ਵੀ ਦੱਸੇ ਜਾ ਰਹੇ ਨੇ, ਅੱਤਵਾਦੀ ਸੰਗਠਨਾਂ ਦੇ ਸੰਬੰਧਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਏਜੰਸੀਆਂ ਵੱਲੋਂ। ਸੋ ਕੁੱਲ ਮਿਲਾ ਕੇ ਇੱਕ ਬਹੁਤ ਵੱਡਾ ਮਾਮਲਾ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਕੜੀਆਂ ਜੁੜ ਸਕਦੀਆਂ ਨੇ ਤੇ ਹੋਰ ਵੀ ਇਸ ਮਾਮਲੇ ਦੇ ਵਿੱਚ ਜੋ ਅਪਰਾਧੀ ਜੁੜੇ ਹੋਏ ਨੇ ਉਹਨਾਂ ਨੂੰ ਪੁਲਿਸ ਫੜ ਸਕਦੀ ਹੈ। ਸੋ ਵੱਡੀ ਕਾਮਯਾਬੀ ਮੰਨੀ ਜਾ ਸਕਦੀ ਹੈ ਪੁਲਿਸ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ। ਇਸ ਮਾਮਲੇ ਦੇ ਵਿੱਚ ਜਾਂਚ ਗਹਿਰਾਈ ਦੇ ਨਾਲ ਜਾਰੀ ਹੈ। ਦਿੱਲੀ ਹਿੰਸਾ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਕਈ ਨੌਜਵਾਨ ਲਾਪਤਾ ਨੇ। ਸੰਯੁਕਤ ਕਿਸਾਨ ਮੋਰਚੇ ਨੇ ਨੌਜਵਾਨਾਂ ਦੀ ਰਿਹਾਈ ਦੀ ਜ਼ਿੰਮੇਵਾਰੀ ਲਈ ਹੈ। ਸਿੰਘੂ ਬਾਰਡਰ ਤੇ ਵਕੀਲਾਂ ਦੀ ਟੀਮ ਤੈਨਾਤ ਕੀਤੀ ਹੈ। ਲਾਪਤਾ ਨੌਜਵਾਨਾਂ ਦੀ ਇਹਨਾਂ ਵਕੀਲਾਂ ਦੁਆਰਾ ਜਾਣਕਾਰੀ ਲਈ ਜਾ ਰਹੀ ਹੈ ਤੇ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਇਹਨਾਂ ਵਕੀਲਾਂ ਦੁਆਰਾ ਜਾਣਕਾਰੀਆਂ ਇਕੱਠੀਆਂ ਕਰਕੇ ਕਾਨੂੰਨੀ ਕਾਰਵਾਈ ਵੀ ਆਰੰਭੀ ਜਾ ਰਹੀ ਹੈ। ਪੇਸ਼ ਹੈ ਸਾਡੇ ਪੱਤਰਕਾਰ ਸੁੱਖਾ ਖੇੜੀਵਾਲਾ ਦੀ ਖਾਸ ਰਿਪੋਰਟ। ਵਕੀਲ ਸਾਹਿਬ ਸਾਨੂੰ ਇਹ ਦੱਸੋ, ਜਿਹੜਾ ਟੋਲ ਫ੍ਰੀ ਨੰਬਰ ਆ, ਜਦੋਂ ਆਪਾਂ ਟੋਲ ਫ੍ਰੀ ਨੰਬਰ ਤੇ ਪੰਜਾਬ ਤੋਂ ਲਾ ਲਓ ਜਾਂ ਹਰਿਆਣਾ ਤੋਂ ਲਾ ਲਓ ਕਿਤੇ ਵੀ ਫੋਨ ਕਰਦੇ ਆ, ਤੇ ਤੁਹਾਡੇ ਵੱਲੋਂ ਫਿਰ ਕੀ ਪ੍ਰਕਿਰਿਆ ਅੱਗੇ ਨੌਜਵਾਨ ਉਹਨਾਂ ਦੇ ਪਰਿਵਾਰ ਨੂੰ ਨੌਜਵਾਨਾਂ ਨਾਲ ਜੇਲ੍ਹ 'ਚ ਮਿਲਾਉਣ ਦੀ, ਉਹ ਪੂਰੀ ਦੱਸੋ। ਸਰ ਟੋਲ ਫ੍ਰੀ ਨੰਬਰ ਅਸੀਂ ਇਸ਼ੂ ਕਰਦੇ ਤੇ ਉਹ ਇਹਦੇ ਨਾਲ ਕੀ ਹੋਏਗਾ, ਜਦੋਂ ਉਹ ਕਾਲ ਕਰਨਗੇ ਤੇ ਉਹ ਸੀਨੀਅਰ ਐਡਵੋਕੇਟਸ ਨਾਲ ਰਾਬਤਾ ਹੋਏਗਾ ਉਹਨਾਂ ਨਾਲ, ਤੇ ਫਿਰ ਸੀਨੀਅਰ ਐਡਵੋਕੇਟਸ ਉਹਨਾਂ ਨੂੰ ਅੱਗੇ ਜਿਹੜੇ ਵੀ ਐਡਵੋਕੇਟਸ ਜਿਵੇਂ ਕਿ ਐਸੋਸੀਏਟਸ ਹੈਗੇ ਉਹਨਾਂ ਨਾਲ ਜਾ ਕੇ ਜੇਲ੍ਹ 'ਚ ਜਾ ਕੇ ਪਹਿਲਾਂ ਜਿਹੜਾ ਵੀ ਪੇਪਰ ਵਰਕ ਹੋਏਗਾ ਉਹ ਤੋਂ ਬਾਅਦ ਜੇਲ੍ਹ 'ਚ ਜਾ ਕੇ ਫਿਰ ਉਹਨਾਂ ਨੂੰ ਮਿਲਵਾਇਆ ਜਾਏਗਾ। ਤੇ ਕੀ ਕਹੋਗੇ ਕਿੰਨਾ ਕੁ ਉਹਨਾਂ ਮਾਵਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਪਹਿਲਾਂ ਤਾਂ ਦਿੱਲੀ ਆਉਣਾ ਹੀ ਔਖਾ ਮੁਸ਼ਕਿਲ ਲੱਗਦਾ, ਫਿਰ ਲੱਗਦਾ ਕਿ ਜੋ ਤੁਹਾਡੇ ਵੱਲੋਂ ਹੈਲਪ ਕੀਤੀ ਜਾ ਰਹੀ ਹੈ ਸਿੱਧੇ ਤੌਰ ਤੇ ਜੇਲ੍ਹਾਂ ਵਿੱਚ ਜਾ ਕੇ ਮਿਲਵਾਉਣ ਦੀ, ਤਾਂ ਲੱਗਦਾ ਕਿ ਰਾਹਤ ਮਿਲੇਗੀ ਮਾਵਾਂ ਨੂੰ ਜਾਂ ਪਰਿਵਾਰਕ ਮੈਂਬਰਾਂ ਨੂੰ? ਬਿਲਕੁਲ ਸਰ, ਕਿਉਂਕਿ ਪਹਿਲਾਂ ਸਾਨੂੰ ਇੱਕ ਕਾਲ ਆਈ ਸੀ ਕਿ ਸਾਡੇ ਬੱਚਿਆਂ ਨੂੰ ਥੋੜਾ ਬਲੈਂਕਟਸ ਵਗੈਰਾ ਦੀ ਲੋੜ ਹੈ ਤੇ ਉਹਨਾਂ ਨੂੰ ਬਲੈਂਕਟਸ ਤੇ ਕੱਪੜੇ ਉੱਥੇ ਪਹੁੰਚਾਏ ਗਏ ਸੀ। ਜਦੋਂ ਉਹਨਾਂ ਨੇ ਅੱਗੇ ਡਿਸਕਸ ਕੀਤਾ, ਕਿਉਂਕਿ ਇਹ ਇੱਕ ਟੀਮ ਵਰਕ ਹੈ ਸਰ, ਇਹ ਇੱਕ ਬਹੁਤ ਬੜੀ ਟੀਮ ਹੈ, 150 ਤੋਂ ਵੀ ਜ਼ਿਆਦਾ ਹੈਗੇ ਆ ਇਹਦੇ 'ਚ ਐਡਵੋਕੇਟਸ, ਤੇ ਸਭ ਨੂੰ ਕੰਮ ਡਿਵਾਈਡ ਕਰਕੇ ਦਿੱਤਾ ਗਿਆ ਹੈ। ਉਸ ਤੋਂ ਬਾਅਦ ਜਿਵੇਂ ਕਿ ਸਾਡੇ ਨੂੰ ਬਹੁਤ ਪੇਰੈਂਟਸ ਦੇ ਕਾਲ ਵੀ ਅੱਛਾ ਠੀਕ ਹੈ ਤੇ ਸਾਡਾ ਬੱਚਾ ਕਿਵੇਂ ਹੈ, ਤੇ ਅਸੀਂ ਉਹਨਾਂ ਨੂੰ ਦੱਸਿਆ ਜਿਹੜੇ ਵੀ ਲਾਈਕ ਜਿਵੇਂ ਕਿ ਜਿਹੜੇ ਜੇਲ੍ਹਾਂ 'ਚ ਹੈ ਬੱਚੇ, ਅਸੀਂ ਉਹਨਾਂ ਨੂੰ ਦੱਸਿਆ ਕਿ ਉਹਨਾਂ 'ਤੇ ਲਾਈਕ FIRs ਹੋਈਆਂ ਸਭ ਕੁਝ, ਤੇ ਅਸੀਂ ਬੈਸਟ ਤੋਂ ਆਪਣਾ ਬੈਸਟ ਦੇ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ। ਬਿਲਕੁਲ, ਉਹਨਾਂ ਮਾਵਾਂ ਦੇ ਲਈ, ਉਹਨਾਂ ਪਰਿਵਾਰਕ ਮੈਂਬਰਾਂ ਦੇ ਲਈ ਇੱਕ ਰਾਹਤ ਭਰਿਆ ਇਹ ਜੋ ਵਕੀਲ ਬੈਠੇ ਨੇ, ਲੜਕੀਆਂ ਜੋ ਵਕੀਲ ਬੈਠੀਆਂ ਨੇ, ਇਹਨਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਉਹਨਾਂ ਮਾਵਾਂ ਪ੍ਰਤੀ ਜਿਹੜੀਆਂ ਮਾਵਾਂ ਦੇ ਲਾਲ, ਮਾਵਾਂ ਦੇ ਪੁੱਤ ਜਿਹੜੇ ਲਗਾਤਾਰ ਲਾਪਤਾ ਨੇ ਤੇ ਨਹੀਂ ਮਿਲ ਰਹੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਹੁਣ ਇੱਕ ਹੋਰ ਸੇਵਾ ਸ਼ੁਰੂ ਕੀਤੀ ਗਿਆ ਇਹਨਾਂ ਵੱਲੋਂ, ਇੱਕ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਗਿਆ। ਉਸ ਹੈਲਪਲਾਈਨ ਨੰਬਰ ਤੇ ਤੁਸੀਂ ਆਪਣੇ ਘਰ ਬੈਠੇ ਫੋਨ ਕਰ ਸਕਦੇ ਹੋ ਤੇ ਆਪਣਿਆਂ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਜਾਣਕਾਰੀ ਨਹੀਂ ਲੈ ਸਕਦੇ, ਬਾਕੀ ਉਹਨਾਂ ਨੂੰ ਮਿਲ ਵੀ ਸਕਦੇ ਹੋ। ਸਿਰਫ ਇਕੱਲੇ ਨਹੀਂ, ਤੁਹਾਡੇ ਨਾਲ ਬਕਾਇਦਾ ਇੱਕ ਵਿਅਕਤੀ ਜਾਏਗਾ, ਇੱਕ ਵਕੀਲ ਜਾਏਗਾ, ਜਿਹੜਾ ਵਕੀਲ ਤੁਹਾਨੂੰ ਜੇਲ੍ਹ ਤੱਕ ਲੈ ਕੇ ਜਾਏਗਾ। ਜੇਲ੍ਹ ਤੱਕ ਹੀ ਨਹੀਂ, ਤੁਹਾਡੇ ਆਪਣੇ ਤੱਕ ਲੈ ਜਾਏਗਾ, ਮਿਲਣ, ਉਹਨਾਂ ਨਾਲ ਮੁਲਾਕਾਤ ਕਰਾਏਗਾ। ਇੰਨੇ ਹੀ ਨਹੀਂ, ਜੇਕਰ ਉਹਨੂੰ ਉੱਥੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ, ਕਿਸੇ ਚੀਜ਼ ਦੀ ਲੋੜ ਹੋਵੇ, ਤਾਂ ਉਸ ਦੀ ਜਿਹੜੀ ਲੋੜ ਹੈ ਉਹ ਵੀ ਇਹਨਾਂ ਵਕੀਲਾਂ ਵੱਲੋਂ ਅਤੇ ਉਸ ਦੀ ਪੂਰਤੀ ਕੀਤੀ ਜਾਏਗੀ, ਹਰ ਤਰ੍ਹਾਂ ਦੀ ਮਦਦ ਕੀਤੀ ਜਾਏਗੀ, ਇਹ ਕਹਿਣਾ ਇਹਨਾਂ ਵਕੀਲਾਂ ਦਾ। ਸੋ ਫਤਿਹਗੜ੍ਹ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਾਕੀ ਖਿਡਾਰਨ ਵੱਲੋਂ ਇੱਕ ਨੌਜਵਾਨ ਦਾ ਹਾਕੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋ ਪੁਰਾਣੀ ਰੰਜਿਸ਼ ਇਸ ਕਤਲ ਦਾ ਕਾਰਨ ਦੱਸੀ ਜਾ ਰਹੀ ਹੈ। ਇੱਕ ਹਾਕੀ ਖਿਡਾਰਨ ਦੇ ਵੱਲੋਂ ਇੱਕ ਨੌਜਵਾਨ ਦਾ ਹਾਕੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਫਤਿਹਗੜ੍ਹ ਸਾਹਿਬ ਤੋਂ ਇਹ ਖਬਰ ਸਾਹਮਣੇ ਆਈ ਹੈ। ਹਾਕੀਆਂ ਮਾਰ ਕੇ ਇਸ ਲੜਕੀ ਨੇ, ਇਸ ਹਾਕੀ ਖਿਡਾਰਨ ਨੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸੋ ਇਸ ਮਾਮਲੇ ਦੇ ਵਿੱਚ ਪੁਰਾਣੀ ਰੰਜਿਸ਼ ਨੂੰ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਹੈ। ਫਤਿਹਗੜ੍ਹ ਸਾਹਿਬ ਤੋਂ ਖਬਰ ਹੈ, ਜਿੱਥੇ ਹਾਕੀ ਖਿਡਾਰਨ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਨੌਜਵਾਨ ਨੂੰ ਹਾਕੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਸੋ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਇਸ ਕਤਲ ਪਿੱਛੇ ਜੋ ਕਾਰਨ ਹੈ ਉਹ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ।
ਸੋ ਫਤਿਹਗੜ੍ਹ ਸਾਹਿਬ ਤੋਂ ਸਾਡੇ ਪੱਤਰਕਾਰ ਬਹਾਦਰ ਸਿੰਘ ਟਿਵਾਣਾ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਬਹਾਦਰ ਸਿੰਘ ਜੀ, ਕੀ ਹੈ ਪੂਰਾ ਮਾਮਲਾ? ਇਸ ਮਾਮਲੇ ਦੇ ਵਿੱਚ ਆਖਿਰ ਲੜਕੀ ਐਨੀ ਗੁੱਸੇ ਦੇ ਵਿੱਚ ਕਿਉਂ ਆ ਗਈ ਕਿ ਉਸਨੇ ਹਾਕੀਆਂ ਮਾਰ-ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ? ਜਗਦੀਸ਼ ਜੀ, ਇਹ ਕੋਈ ਇਹ ਜੜਖੇਲਾ ਖੇੜੀ ਕੋਈ ਮਹੱਲਾ ਹੈਗਾ ਜੀ ਬਸੀ ਪਠਾਣਾ ਦੇ ਵਿੱਚ ਜੀ। ਇਹਨਾਂ ਦੀ ਕੋਈ ਰੰਜਿਸ਼ ਸੀ, ਪੁਰਾਣੀ ਕੋਈ ਚੱਲਦੀ ਆ ਰਹੀ ਸੀ। ਜਿਹੜੀ ਇਹ ਲੜਕੀ ਸੀ ਇਹ ਨੈਸ਼ਨਲ ਖੇਡ ਚੁੱਕੀ ਸੀ, ਹਾਕੀ ਦੀ ਪਲੇਅਰ ਸੀਗੀ ਇਹ ਜੀ। ਇਹ ਗੁੱਸਾ ਹੀ ਇੰਨਾ ਇਹਨੇ ਕੀਤਾ ਕਿ ਹਾਕੀਆਂ ਮਾਰੀਆਂ, ਉਹਦੇ ਸਿਰ ਤੇ ਹਾਕੀਆਂ ਮਾਰ-ਮਾਰ ਕੇ ਉਹਨੂੰ ਮਾਰ ਦਿੱਤਾ। ਜਿਹੜੀ ਖਿਡਾਰਨ ਨੇ ਅੱਜ ਉਸ ਦੇ ਉੱਤੇ 300 ਲੱਗ ਕੇ ਉਹ ਪਰਚਾ ਹੋ ਚੁੱਕਿਆ ਇਹ ਖਿਡਾਰਨ ਦੇ ਉੱਤੇ ਜੀ। ਇਸ ਮਾਮਲੇ ਦੇ ਵਿੱਚ ਕਾਰਨ ਪਤਾ ਲੱਗਿਆ ਕਿ ਆਖਿਰ ਰੰਜਿਸ਼ ਕਿਸ ਵਜ੍ਹਾ ਕਰਕੇ ਪੁਰਾਣੀ ਰੰਜਿਸ਼ ਸੀ? ਸੋ ਕਿਸੇ ਕਾਰਨ ਕਰਕੇ ਸਾਡਾ ਸੰਪਰਕ ਨਹੀਂ ਹੋ ਪਾ ਰਿਹਾ, ਸੰਪਰਕ ਟੁੱਟ ਗਿਆ ਹੈ। ਸੋ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ, ਪਰਚਾ ਦਰਜ ਕਰ ਲਿਆ ਗਿਆ ਹੈ। ਸੋ ਪੁਰਾਣੀ ਰੰਜਿਸ਼ ਇਸ ਮਾਮਲੇ ਨੂੰ ਲੈ ਕੇ ਕਾਰਨ ਦੱਸਿਆ ਜਾ ਰਿਹਾ ਹੈ। ਸੋ ਹਾਕੀ ਖਿਡਾਰਨ ਸੀ, ਨੈਸ਼ਨਲ ਖੇਡ ਚੁੱਕੀ ਸੀ, ਜਿਸ ਹਾਕੀ ਖਿਡਾਰਨ ਦੁਆਰਾ ਹਾਕੀਆਂ ਮਾਰ-ਮਾਰ ਕੇ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਫਤਿਹਗੜ੍ਹ ਸਾਹਿਬ ਤੋਂ ਖਬਰ ਹੈ, ਜਿੱਥੇ ਇੱਕ ਹਾਕੀ ਖਿਡਾਰਨ ਦੁਆਰਾ ਜੋ ਨੈਸ਼ਨਲ ਵੀ ਖੇਡ ਚੁੱਕੀ ਸੀ, ਉਸਨੇ ਹਾਕੀਆਂ ਮਾਰ-ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਦੇ ਉੱਪਰ ਸੋ ਬਹਾਦਰ ਸਿੰਘ ਟਿਵਾਣਾ ਦੇ ਨਾਲ ਮੁੜ ਤੋਂ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਮਾਮਲੇ ਨੂੰ ਲੈ ਕੇ। ਜੀ, ਦੁਬਾਰਾ ਤੋਂ ਜੁੜ ਚੁੱਕੇ ਨੇ ਬਹਾਦਰ ਸਿੰਘ ਟਿਵਾਣਾ ਸਾਡੇ ਨਾਲ। ਬਹਾਦਰ ਸਿੰਘ ਜੀ, ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ? ਪੁਰਾਣੀ ਰੰਜਿਸ਼ ਜੋ ਤੁਸੀਂ ਦੱਸ ਰਹੇ ਹੋ ਕਿ ਪੁਰਾਣੀ ਰੰਜਿਸ਼ ਸੀ, ਆਖਿਰ ਮਾਮਲਾ ਕੀ ਸੀ? ਕਿਉਂ ਇਸ ਤਰ੍ਹਾਂ ਦੀ ਪੁਰਾਣੀ ਰੰਜਿਸ਼ ਸੀ ਕਿ ਕਤਲ ਕਰਨਾ ਪੈ ਗਿਆ ਇਸ ਲੜਕੀ ਨੂੰ? ਜਗੀਰ ਜੀ, ਇਹ ਜਿਹੜਾ ਮਾਮਲਾ ਸੀ ਇਹ ਲੜਕੇ ਨੌਜਵਾਨਾਂ ਨਾਲ ਇਹਦੀ ਕੋਈ ਪੁਰਾਣੀ ਰੰਜਿਸ਼ ਸੀਗੀ ਜੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ 5 ਵਿਅਕਤੀਆਂ ਦੇ ਉੱਤੇ 302 ਧਾਰਾ ਰਾਤ ਦੱਸਿਆ ਜਾ ਰਿਹਾ ਵੀ 5 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਜਿਹੜੀ ਖਿਡਾਰਨ ਹੈ ਇਹਦਾ ਰੋਲ ਸੀਗਾ, ਇਹਦੇ ਹੱਥ 'ਚ ਹਾਕੀ ਸੀਗੀ, ਹਾਕੀਆਂ ਮਾਰ ਕੇ ਇਸ ਵਿਅਕਤੀ ਦਾ ਇਸਨੇ ਕਤਲ ਕੀਤਾ। ਹਾਕੀਆਂ ਸੱਟ ਇਤਨੀ ਜਲਦੀ ਮਾਰੀ, ਇਹ ਮੌਕੇ ਤੇ ਹੀ ਦਮ ਤੋੜ ਗਿਆ ਸੀ ਜਿਹੜਾ ਇਹ ਲੜਕਾ ਸੀਗਾ ਇਹ। ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਇਸ ਜਾਣਕਾਰੀ ਲਈ। ਸੋ ਬਹਾਦਰ ਸਿੰਘ ਟਿਵਾਣਾ ਸਾਡੇ ਪੱਤਰਕਾਰ ਜਾਣਕਾਰੀ ਦੇ ਰਹੇ ਸਨ। ਸੋ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇਹ ਨਹੀਂ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਚੋਣਾਂ 'ਚ ਹੋਈ ਹਿੰਸਾ ਦੇ ਵਿਵਾਦ ਨੂੰ ਲੈ ਕੇ ਹਾਈਕੋਰਟ ਪਹੁੰਚਿਆ ਸ਼੍ਰੋਮਣੀ ਅਕਾਲੀ ਦਲ। ਮਾਮਲੇ ਤੇ ਸਰਕਾਰ ਨੂੰ ਭੇਜੇ ਗਏ ਸੰਮਨ। ਯੂਥ ਅਕਾਲੀ ਦਲ ਪ੍ਰਧਾਨ ਨੇ ਦਿੱਤੀ ਜਾਣਕਾਰੀ। ਨਗਰ ਨਿਗਮ ਚੋਣਾਂ ਲਈ ਅੱਜ ਉਮੀਦਵਾਰ ਨਾਮਜ਼ਦਗੀਆਂ ਲੈ ਸਕਦੇ ਨੇ ਵਾਪਸ। ਬੀਤੇ ਦਿਨ ਹੋਈਆਂ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਅੱਜ। 14 ਫਰਵਰੀ ਨੂੰ ਹੋਣਗੀਆਂ ਨਗਰ ਨਿਗਮ ਚੋਣਾਂ। ਨਾਮਜ਼ਦਗੀਆਂ ਭਰਨ ਦੌਰਾਨ ਕਈ ਥਾਈਂ ਧੱਕੇਸ਼ਾਹੀ ਦੀਆਂ ਖਬਰਾਂ ਆਈਆਂ ਸਾਹਮਣੇ। ਕਾਂਗਰਸ ਤੇ ਲੱਗੇ ਗੁੰਡਾਗਰਦੀ ਦੇ ਇਲਜ਼ਾਮ। ਜਲਾਲਾਬਾਦ ਸੁਖਬੀਰ ਸਿੰਘ ਬਾਦਲ ਤੇ ਹੋਇਆ ਸੀ ਹਮਲਾ। ਭਿੱਖੀਵਿੰਡ 'ਚ ਵੀ ਕੀਤੀ ਗਈ ਸੀ ਭੰਨ ਤੋੜ। ਅੰਮ੍ਰਿਤਸਰ 'ਚ NIA ਨੇ 14 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਨੌਜਵਾਨ ਅਮਰਜੀਤ। 500 ਕਿਲੋ ਹੈਰੋਇਨ ਮਾਮਲੇ 'ਚ ਮੁੱਖ ਦੋਸ਼ੀ ਹੈ ਕਰੀਬੀ ਨੌਜਵਾਨ। ਬੀਤੇ ਦਿਨ ਘਰ ਤੋਂ 20 ਲੱਖ ਸਮੇਤ ਜ਼ਿੰਦਾ ਕਾਰਤੂਸ ਹੋਏ ਸੀ ਬਰਾਮਦ। ਪਹਾੜਾਂ 'ਚ ਬਰਫ਼ਬਾਰੀ ਦੇ ਚਲਦਿਆਂ ਮੈਦਾਨੀ ਇਲਾਕਿਆਂ 'ਚ ਵਧੀ ਠੰਡ। ਸ਼ਿਮਲਾ ਦੇ ਰਿਜ਼ ਤੇ ਮਾਲ ਰੋਡ ਤੇ ਬਰਫ਼ਬਾਰੀ ਦਾ ਮਜ਼ਾ ਲੈ ਰਹੇ ਨੇ ਸੈਲਾਨੀ। ਮੌਸਮ ਵਿਭਾਗ ਨੇ ਜਾਰੀ ਕੀਤਾ ਸੀ ਯੈਲੋ ਅਲਰਟ।
ਤੇ ਜਾਂਦੇ ਜਾਂਦੇ ਜ਼ਰੂਰੀ ਜਾਣਕਾਰੀ, ਆਪਣੀ ਕਿਸੇ ਵੀ ਸ਼ਿਕਾਇਤ ਜਾਂ ਸੁਝਾਅ ਨੂੰ ਸਾਡੇ ਨਾਲ ਸਾਂਝਾ ਕਰਨ ਦੇ ਲਈ news@fastway.in ਤੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਤੇ ਸਾਡੇ ਪ੍ਰੋਗਰਾਮ ਆਨਲਾਈਨ ਦੇਖਣ ਦੇ ਲਈ www.fastway.in ਤੇ ਤੁਸੀਂ ਲੌਗਇਨ ਵੀ ਕਰ ਸਕਦੇ ਹੋ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਧੰਨਵਾਦ।